ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਦੇਸ਼ ਪ੍ਰਦੇਸ਼। ਆਵਾਸ ਪ੍ਰਵਾਸ ਦੇ ਮਾਮਲੇ ਦੇ ਵਿੱਚ ਜਦੋਂ ਵੀ ਗੱਲ ਹੁੰਦੀ ਹੈ ਤਾਂ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਭਾਰਤ ਦਾ ਜਿਹੜਾ ਇੱਕ ਅਜਿਹਾ ਸੂਬਾ ਹੈ ਪੰਜਾਬ, ਜਿਹੜਾ ਕਿ ਮੋਹਰੀ ਰਿਹਾ ਵਿਦੇਸ਼ ਜਾਣ ਲਈ। ਇੱਥੇ ਦੋ ਪੱਖ ਤੋਂ ਮਾਈਗ੍ਰੇਸ਼ਨ ਹੁੰਦੀ ਹੈ। ਇੱਕ ਉਹ ਪੱਖ ਜਿਹੜੇ ਕਿ ਆਪਣੀਆਂ ਸ਼ਰਤਾਂ ਪੂਰੀਆਂ ਕਰਕੇ ਚੰਗਾ ਕੰਸਲਟੈਂਟਸ ਚੁਣ ਕੇ ਫਿਰ ਵਿਦੇਸ਼ ਜਾਂਦੇ ਨੇ। ਇੱਕ ਪੱਖ ਉਹ ਹੈਗਾ ਜਿਨ੍ਹਾਂ ਦੀ ਫਾਈਲ ਦੇ ਵਿੱਚ ਕੋਈ ਨਾ ਕੋਈ ਕਮੀ ਹੈ ਔਰ ਉਹ ਪੈਕੇਜ ਲੱਭਦੇ ਨੇ, ਮਾੜੇ ਦੇਸ਼ ਲੱਭਦੇ ਨੇ, ਬੜੀ ਕਾਹਲੀ ਕਰਦੇ ਨੇ, ਉਸ ਕਾਹਲੀ ਦੇ ਵਿੱਚ ਬੜਾ ਨੁਕਸਾਨ ਹੁੰਦਾ ਹੈ। ਇਹ ਦੋਵੇਂ ਪੱਖਾਂ ਤੋਂ ਇਲਾਵਾ ਇੱਕ ਤੀਸਰਾ ਪੱਖ ਪਿਛਲੇ ਇੱਕ ਹਫ਼ਤੇ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਉਹ ਵਿਦਿਆਰਥੀ ਜਿਨ੍ਹਾਂ ਨੇ 17-18 ਸਾਲ ਗਾਲ ਕੇ ਆਪਣੀ +2 ਕੀਤੀ ਜਾਂ 20-21 ਸਾਲ ਮਿਹਨਤ ਤੋਂ ਬਾਅਦ ਗ੍ਰੈਜੂਏਸ਼ਨ ਕੀਤੀ, ਆਇਲਸ ਕੀਤੀ, ਫੰਡ ਇਕੱਠੇ ਕੀਤੇ, ਐਡਮਿਸ਼ਨ ਲੈਂਦੇ ਨੇ। ਐਡਮਿਸ਼ਨ ਲੈਣ ਤੋਂ ਬਾਅਦ ਆਨਲਾਈਨ ਪੜ੍ਹਦੇ ਨੇ, ਵੀਜ਼ਾ ਪ੍ਰਾਪਤ ਕਰਦੇ ਨੇ, ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਜਦੋਂ 에ਅਰਪੋਰਟ 'ਤੇ ਜਾਂਦੇ ਨੇ ਤਾਂ ਇੱਕ ਕੋਰਾ ਜਿਹਾ ਜਵਾਬ ਮਿਲਦਾ ਕਿ ਤੁਸੀਂ ਚੜ੍ਹ ਨਹੀਂ ਸਕਦੇ, ਜਿਹਦੇ ਬਾਰੇ ਨਾ ਹੀ ਕਿਸੇ ਕੰਸਲਟੈਂਟਸ ਨੂੰ, ਨਾ ਹੀ ਕਿਸੇ ਸਰਕਾਰ ਨੂੰ, ਨਾ ਹੀ ਕਿਸੇ ਬੋਡੀ ਨੂੰ, ਨਾ ਹੀ ਬੱਚੇ ਨੂੰ, ਨਾ ਹੀ ਕਿਤੇ ਆਫੀਸ਼ੀਅਲੀ ਜਿਹੜਾ ਕੋਈ ਸਾਈਟ ਹੈ ਉੱਥੇ ਇਸ ਚੀਜ਼ ਦੀ ਇੰਟੀਮੇਸ਼ਨ ਹੋਈ। ਬਹੁਤ ਬੱਚੇ ਖੱਜਲ ਹੋਏ। ਇਹ ਬਹੁਤ ਵੱਡਾ ਇਸ਼ੂ ਪਹਿਲਾ। ਦੂਸਰਾ ਇਸ਼ੂ ਇਸ ਵਕਤ ਹੈਗਾ ਕਿ ਕਿਊਬਿਕ ਨੂੰ ਲੈ ਕੇ ਘੱਟੋ ਘੱਟੀ 15 ਤੋਂ 18 ਹਜ਼ਾਰ ਬੱਚਿਆਂ ਦਾ ਉੱਥੇ ਫਸੇ ਹੋਣਾ, ਮੈਂ ਵਰਡ ਯੂਜ਼ ਕਰ ਰਿਹਾ ਫਸੇ ਹੋਣਾ, ਫਸਿਆ ਉਹ ਮਹਿਸੂਸ ਕਰਦਾ ਹੈ ਜਿਹੜਾ ਨਾ ਅੱਗੇ ਜਾ ਸਕਦਾ ਨਾ ਪਿੱਛੇ ਜਾ ਸਕਦਾ। ਜਿਹਨੂੰ ਉਮੀਦ ਹੋਵੇ ਕਿ ਮੇਰਾ ਰਿਫਿਊਜ਼ ਹੋਵੇ ਤਾਂ ਮੈਂ ਕਿਤੇ ਹੋਰ ਜਾਵਾਂ, ਉਹ ਫਸਿਆ ਨਹੀਂ ਹੋਊਗਾ। ਉਹਦੇ ਬਾਰੇ ਵੀ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਇਸ ਵਕਤ ਭਖਵਾਂ ਮੁੱਦਾ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਪੂਰਾ ਚਰਚਾ 'ਚ ਹੈ, ਕਿਉਂਕਿ ਬੱਚਿਆਂ ਦੇ ਨਾਲੋਂ ਜ਼ਿਆਦਾ ਕੰਸਲਟੈਂਟਸ ਵਿਚਾਰੇ ਬਹੁਤ ਜ਼ਿਆਦਾ ਪਰੇਸ਼ਾਨ ਨੇ। ਬੱਚੇ ਉਹਨਾਂ ਤੋਂ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਉਹਨਾਂ ਨੇ 5, 10 ਜਾਂ 15 ਲੱਖ ਰੁਪਇਆ ਫਸਾਇਆ ਹੈ। ਦੋ ਬਹੁਤ ਵੱਡੇ ਮੁੱਦੇ। ਤੀਸਰਾ, ਫਿਰ ਤੋਂ ਇੱਕ ਵਾਰ ਇਹ ਜਿਹੜੀ ਪੈਂਡੈਮਿਕ ਹੈ, ਮਹਾਮਾਰੀ ਹੈ, ਪੂਰੇ ਵਿਸ਼ਵ ਦੇ ਵਿੱਚ ਪਨਪੀ ਹੈ। ਥੋੜ੍ਹਾ ਜਿਹਾ ਇਹਦਾ ਪ੍ਰਕੋਪ ਜਿਹੜਾ ਹੈਗਾ ਤੇਜ਼ ਹੋਇਆ, ਜਿਹਦੇ ਕਰਕੇ ਲੋਕਡਾਊਨ ਸ਼ੁਰੂ ਹੋ ਗਏ ਨੇ। ਕੀ ਤੁਹਾਨੂੰ ਇਸ ਵਕਤ ਆਨਲਾਈਨ ਪੜ੍ਹਨਾ ਚਾਹੀਦਾ ਹੈ? ਕੀ ਤੁਹਾਨੂੰ ਇਸ ਵਕਤ ਦਾਖਲੇ ਲੈਣੇ ਚਾਹੀਦੇ ਹੈ? ਕੀ ਟਰੈਵਲ ਦੀ ਉਮੀਦ ਕਰਨੀ ਚਾਹੀਦੀ ਹੈ? ਕੀ ਪ੍ਰਵਾਸ ਦੇ ਮਾਮਲੇ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਸੋ ਤਿੰਨ ਬਹੁਤ ਵੱਡੇ ਮੁੱਦੇ ਨੇ ਇਸ ਵਕਤ। ਕਿਊਬਿਕ ਦਾ ਖਾਸ ਤੌਰ ਤੇ ਹੈਗਾ ਔਰ ਜਿਹੜੇ ਵਿਦਿਆਰਥੀ ਟਰੈਵਲ ਕਰ ਰਹੇ ਨੇ ਉਹਨਾਂ ਵਾਸਤੇ, ਔਰ ਤੀਸਰਾ ਮੁੱਦਾ ਜਿਨ੍ਹਾਂ ਦੇ ਮਨ ਦੇ ਵਿੱਚ ਵਿਦੇਸ਼ ਜਾਣ ਦੀ ਚਾਹਨਾ ਹੈ ਉਹ ਜਾਣਗੇ। ਇੱਕ ਮੈਂ ਪੁਆਇੰਟ ਆਪਣੇ ਵੱਲੋਂ ਐਡ ਆਨ ਜ਼ਰੂਰ ਕਰਨਾ ਚਾਹੂੰਗਾ। ਇੰਡਸਟਰੀ ਬਹੁਤ ਵੱਡੇ ਪੱਧਰ ਦੇ ਵਿੱਚ ਆਪਣੇ ਆਪ ਨੂੰ ਇੱਕ ਬਦਲਵਾਂ ਰੂਪ ਲੈ ਕੇ ਚੱਲ ਰਹੀ ਹੈ। ਇਸ ਬਦਲਦੇ ਰੂਪ ਦੇ ਵਿੱਚ ਆਪਣਾ ਪਰਿਵਾਰ, ਆਪਣਾ ਦਫ਼ਤਰ, ਆਪਣੇ EMPLOYE ਨੂੰ ਮੇਨਟੇਨ ਕਰਨ ਲਈ, ਸੰਭਾਲਣ ਵਾਸਤੇ ਐਸੇ ਪ੍ਰੋਡਕਟ ਮਾਰਕੀਟ 'ਚ ਵੇਚੇ ਜਾ ਰਹੇ ਨੇ ਤਾਂ ਕਿ ਖਰਚੇ ਕੱਢੇ ਜਾਣ। ਉਹ ਅਸੀਂ ਥੋੜ੍ਹਾ ਜਿਹਾ ਬੱਚਿਆਂ ਨੂੰ ਜਾਗਰੂਕ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ। ਵੈਸਟਰਨ ਓਵਰਸੀਜ਼ ਤੋਂ ਮੇਰੇ ਨਾਲ ਪ੍ਰਦੀਪ ਜੀ ਨੇ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਪ੍ਰਦੀਪ ਜੀ, ਪਹਿਲਾਂ ਤਾਂ ਮੈਂ ਉਸ ਘਟਨਾ ਬਾਰੇ ਥੋੜ੍ਹਾ ਜਾਣਨਾ ਚਾਹੂੰਗਾ। ਮੈਂ ਵੈਸੇ 4 ਸ਼ੋਅਸ 'ਤੇ ਕਰ ਚੁੱਕਿਆ ਹੈਗਾ ਜਿਹੜੇ ਕਿ ਬੱਚੇ ਵਾਪਸ ਆਏ ਇਸ ਕਰਕੇ ਕਿ ਜੀ ਤੁਹਾਡਾ ਮੈਡੀਕਲ 1 ਸਾਲ ਤੋਂ ਬਾਅਦ ਐਕਸਪਾਇਰ ਹੋ ਗਿਆ ਹੈਗਾ। ਬਾਕੀ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ ਉੱਥੇ ਲੜਾਈ ਵੀ ਹੋਈ। ਉੱਥੇ ਮੇਰੇ ਖਿਆਲ ਇੱਕ ਬਹੁਤ ਵੱਡੇ ਪੱਧਰ ਦੇ ਉੱਪਰ ਖਬਰ ਵੀ ਬਣੀ, ਵਰਲਡ ਪੰਜਾਬੀ TV 'ਤੇ ਵੀ ਦਿਖਾਈ ਗਈ। ਵੱਖ-ਵੱਖ कंसल्टेंट्स ने उसे प्रतिक्रम देता है। तुसी उसको किस नज़रिए नाल देखते? देखिए सर, पहले की अगर हम बात करें तो जब पेंडेमिक स्टार्ट हुआ था, फाइलें लगी हुई थी एम्बेसी में, तो पहले इमिग्रेशन बोलता था कि अगर आपका मेडिकल एक्सपायर हो जाता है तब भी कोई प्रॉब्लम नहीं है, अगर आपकी आइल्स एक्सपायर हो जाती है तब भी कोई प्रॉब्लम नहीं है। लेकिन अभी एकदम सिचुएशन आई कि बच्चों को चढ़ने नहीं दिया। 40 स्टूडेंट्स एक ऑफलोड हुए, 50 स्टूडेंट्स एक ऑफलोड हुए। इसके अलावा अमृतसर से भी 1-2 बच्चा ऑफलोड हुआ है। तो अब सिस्टम में जो चीज़ निकल के आई है वो ये है कि बच्चों के जो मेडिकल एक्सपायर हो चुके हैं, क्योंकि 12 महीने के लिए वैलिड होता है, तो 12 महीने से ज़्यादा, क्योंकि पहले बच्चे 2020 में ऑनलाइन क्लासेस ले रहे थे, AIP आया, आज वो फ्लाइट पकड़ रहे हैं, तो तकरीबन साल प्लस लग चुका है। तो उन स्टूडेंट्स को मैं बोलना चाहूँगा कि भाई सिस्टम के साथ ही हमें चलना पड़ेगा। तो आज की जो सिचुएशंस है तो आपको प्लीज़ अपना मेडिकल दोबारा कराना होगा और वेब फॉर्म के थ्रू इसको अपलोड करना होगा। साथ साथ में आप इमिग्रेशन को मेल कर सकते हो। इसके अलावा अभी रिसेंट में अगर आपके डॉक्यूमेंट इनवैलिड दिखा रहा है GCK पे, तो प्लीज़ अपनी फ़्लाइट एक्सटेंड करा लीजिए, क्योंकि अगर आप एयरपोर्ट पे जाओगे और आपको फ़्लाइट नहीं पकड़ना जाएगा तो माइट भी आपके पैसे नहीं मिलेंगे, एयरलाइन आपको पैसे नहीं देंगे। तो दिस इज़ द हार्ड फैक्ट कि आपको अपना मेडिकल करा के ही जाना होगा। साथ साथ में एक अपडेट और भी है फ्रॉम द एयरपोर्ट अथॉरिटी, इवन के इमिग्रेशन की तरफ से भी, कि जो हाई अलर्ट कंट्रीज में रह रहे हैं, जिसमें नेपाल और इंडिया जैसे कंट्रीज आ रहे हैं, 6 मंथ या इससे ज्यादा रह रहे हैं, तो मैं उन स्टूडेंट्स को भी बोलना चाहूंगा कि अगर 6 मंथ से ज्यादा भी अगर आपका मेडिकल हो चुका है तो प्लीज आप अपना मेडिकल दोबारा करा लें और वो अपलोड कर दें। दैट विल बी मोर बेटर। जी ਪ੍ਰਦੀਪ ਜੀ, ਮੈਂ 2-3 ਸਵਾਲ ਲਿਖ ਰਿਹਾ ਸੀ। ਇੱਕ ਬਹੁਤ ਵੱਡਾ ਸਵਾਲ ਇੱਥੇ ਆ ਕੇ ਖੜਾ ਹੋ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਪੂਰੇ ਵਿਸ਼ਵ ਤੋਂ ਭਾਵ ਮੈਂ ਇਹ ਲੈਣਾ ਕਿ ਸਾਡੇ ਲਈ ਤਾਂ ਵਿਸ਼ਵ USA ਹੈ, ਕੈਨੇਡਾ, ਆਸਟ੍ਰੇਲੀਆ ਹੈ, ਨਿਊਜ਼ੀਲੈਂਡ ਹੈ, ਯੂਰਪ ਹੈ, UK ਹੈ। ਸਾਡਾ ਤਾਂ ਵਿਸ਼ਵ ਇਹ ਹੈ ਜਿਨ੍ਹਾਂ ਨਾਲ ਸਾਡਾ ਵਾਹ ਵਾਸਤਾ ਹੈਗਾ। ਉੱਥੋਂ ਇੰਸਟੀਟਿਊਸ਼ਨ ਆਉਂਦੇ ਨੇ, ਇੱਥੇ ਆ ਕੇ ਰਿਕਰੂਟ ਕਰਦੇ ਨੇ, ਚਲੇ ਜਾਂਦੇ ਨੇ।
ਮੈਂ ਕੋਈ ਕਿਊਬਿਕ ਨੂੰ ਬਲੇਮ ਨਹੀਂ ਕਰ ਰਿਹਾ। ਕਿਊਬਿਕ ਦਾ ਆਪਣਾ ਇੱਕ ਵੱਖਰਾ ਸਿਸਟਮ ਹੈ, ਖੁਦ ਮੁਖਤਿਆਰ ਸਟੇਟ ਹੈ, ਉਹਨਾਂ ਕੋਲ ਆਪਣੇ ਰਾਈਟਸ ਨੇ, ਫੈਡਰਲ ਢਾਂਚੇ ਦੇ ਨਾਲੋਂ ਇੱਕ ਵੱਖਰਾ ਉਹਨਾਂ ਦਾ ਆਪਣਾ ਇੱਕ ਰਾਹ ਹੈਗਾ। ਇਸ ਤੋਂ ਇਲਾਵਾ ਬੜੇ ਸਾਰੇ ਦੇਸ਼ਾਂ ਦੇ ਵਿੱਚ ਮਾਫੀ ਚਾਹੂੰਗਾ ਐਸੇ ਇੰਸਟੀਟਿਊਸ਼ਨਸ ਨੇ ਜਿਹੜੇ ਕਿ ਮੈਂ ਨਾਮ ਨਹੀਂ ਲਊਂਗਾ ਕਿਉਂਕਿ ਮੇਰਾ ਇੱਕ ਫਰਜ਼ ਹੈਗਾ ਬਤੌਰ ਜਰਨਲਿਸਟ, ਮੈਂ ਕਿਸੇ ਸੰਸਥਾ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ। ਮੇਰੇ ਯਾਦ ਹੈ 6 ਸਾਲ ਪਹਿਲਾਂ ਇੱਕ ਕਾਲਜ ਆਇਆ ਆਸਟ੍ਰੇਲੀਆ ਤੋਂ, ਰਿਕਰੂਟ ਕਰਦਾ ਹੈ ਬੱਚੇ ਰਿਕਰੂਟ ਕਰਕੇ ਲੈ ਕੇ ਜਾਂਦਾ ਹੈ, ਭਾਰੀ ਤਾਦਾਦ ਦੇ ਵਿੱਚ ਲੈ ਕੇ ਜਾਂਦਾ ਹੈ। ਮੈਨੂੰ ਉੱਥੇ ਜਾਣ ਦਾ ਮੌਕਾ ਮਿਲਦਾ ਹੈ 2016 ਦੇ ਵਿੱਚ। ਉਹ ਕਾਲਜ ਲਗਭਗ ਇਸ ਸਟੂਡੀਓ ਤੋਂ 1.5 ਗੁਣਾ ਹੀ ਵੱਡਾ ਸੀ। ਜੇ ਆਪਾਂ ਪੰਜਾਬ ਦੇ ਵਿੱਚ ਇਹ ਕਹਿ ਲਈਏ ਕਿ 100 ਗਜ ਜਗ੍ਹਾ ਦੇ ਵਿੱਚ ਹੀ ਬਣਿਆ ਹੋਇਆ ਸੀਗਾ, ਬੜਾ ਦੁਖਾਂਤ ਸੀ। ਜਦੋਂ ਕੰਸਲਟੈਂਟਸ, ਮੈਂ ਕਿਊਬਿਕ ਨਾਲ ਵੀ ਜੋੜ ਰਿਹਾ ਸੀ, ਜਦੋਂ ਕੰਸਲਟੈਂਟਸ ਇੱਥੇ ਲੈ ਕੇ ਆਉਂਦੇ ਨੇ, ਰਿਕਰੂਟ ਕਰਦੇ ਨੇ, ਤਾਂ ਇੱਥੇ ਕੋਈ ਸਰਕਾਰ ਜਾਂ ਕੰਸਲਟੈਂਟਸ ਜਾਂ ਬॉडी ਕਿਸੇ ਦਾ ਕੋਈ ਫਰਜ਼ नहीं कि किस तरह का कॉलेज आके साढ़े बच्चे ने रिक्रूट करके लेके जा रहे हैं। डेफिनेटली है जी। इसमें देखा जाए तो जैसे आपने बोला है तो ऐसे बहुत सारे हैं। आप कनाडा में भी देखोगे, आपने ऑस्ट्रेलिया में भी फाइंड आउट किए होंगे, और दूसरे वर्ल्ड के दूसरे कोने में भी जो कुछ ऐसे कॉलेजेस हैं जो 2 या 3 कमरों के हैं, तो कंसल्टेंट की ड्यूटी बनती है, उनके गवर्नमेंट की भी ड्यूटी बनती है, उस पर्टिकुलर गवर्नमेंट की भी ड्यूटी बनती है कि ऐसे बच्चों के साथ मतलब खिलवाड़ ना हो। लेकिन हुआ है, अगर मैं क्यूबिक को इसके साथ जोड़ूं तो आपने देखा होगा कि क्यूबिक एक ऐसा प्रोविंस है जिसमें पोस्ट स्टडी वर्क वीजा प्राइवेट कॉलेज में मिलता है। वहां गवर्नमेंट कॉलेज में भी PSW मिलता है और प्राइवेट कॉलेज में मिलता है। तो मोस्टली जो प्राइवेट कॉलेज चल रहे हैं उसी के साथ समस्या 9-10 कॉलेजेस के साथ आई है। लेकिन हाँ, धीरे धीरे ये वाइंड अप तो हुआ है, क्योंकि पहले सस्पेंड हुए आपके CAQ, अब CAQ आने स्टार्ट हुए, लेकिन इंटरनली अभी कुछ भी फाइंड आउट नहीं हुआ कि एम्बेसीज क्यों इनके बच्चों के वीजा रोक रही है। लेकिन यस, होप है कि भी वेरी सून ये डिजोल्व होगी, सिचुएशन का मतलब सोल्यूशन निकलेगा और उसके बाद बच्चे आगे मूव करेंगे, चाहे तो वीजे रिजेक्ट हो, आप वाली बात है, या फिर उन बच्चों के वीजा लगे। सर मेरा एक देसी जिहा सवाल है जी। मेरा एक कॉलेज है ABCD, मैं जाके उत्थे किले जमीन खड़ा कर लिया, क्योंकि तो तुसी भी जानते हो कि प्राइवेट कॉलेज ਨੂੰ ਵੀ ਉੱਥੇ ਵਰਕ ਰਾਈਟਸ ਨੇ DLI ਨੰਬਰ ਲੈਣ जी 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 जी। मैं ਅੱਜ 2000 ਬੱਚਾ ਪੜਾ ਰਿਹਾ। ਸਭ ਤੋਂ ਦੁਖਾਂਤ ਤਾਂ ਕੈਨੇਡਾ 'ਚ ਹੈ ਕਿ ਕੈਪਿੰਗ ਨਹੀਂ, ਜਿੰਨੇ ਮਰਜ਼ੀ ਇਕੱਠੇ ਕਰ ਲਓ, ਇੱਕ ਕਮਰੇ 'ਚ 5000 ਪੜਾ ਲਓ ਜਾਂ 200 ਪੜਾ ਲਓ। ਜੀ ਜੀ। ਫੀਸਾਂ ਲਈ ਜਾ ਰਹੇ ਨੇ, ਪਹਿਲੀ ਫੀਸ, ਦੂਜੀ ਫੀਸ, ਤੀਜੀ ਫੀਸ, ਚੌਥੀ ਫੀਸ ਦੇ ਵਿੱਚ ਕਾਲਜ ਜਾ ਕੇ ਹੱਥ ਖੜਾ ਕਰਨ ਦਾ ਦਿਵਾਲੀਆ ਘੋਸ਼ਿਤ ਕਰ ਜਾਂਦਾ ਆਪਣੇ ਆਪ ਨੂੰ ਜ਼ਿੰਮੇਵਾਰ ਕੌਣ ਹੈ। देखिए सर, बहुत दुखांत वाली चीज़ है। तो इसमें तो कंसल्टेंट पहले मरता है, क्योंकि यहाँ जो पेरेंट्स हैं, स्टूडेंट्स हैं, वो ये सोचते हैं कि कंसल्टेंट का ही इसमें दोष है। तो ये तो नेचुरल सी बात है कि कंसल्टेंट को भी थोड़ा सा ध्यान रखना चाहिए और वहाँ की गवर्नमेंट को भी ध्यान रखना चाहिए। और मैं एक चीज़ और बताना चाह रहा हूँ, श्योर करना चाह रहा हूँ, जो अभी क्यूबिक का जो मसला है सॉर्ट आउट होकर जो निकल के आएगा, डेफिनेटली कुछ ना कुछ बेटर सिचुएशन के साथ आएंगे, बहुत कड़े रूल्स आएंगे जिसके कारण आगे इस तरह की ठगी नहीं होगी। देखो ਕੀਤਾ ਤਾਂ ਕਿਊਬਿਕ ਨੇ ਸਾਡੇ ਭਲੇ ਲਈ ਸੀ। जी जी जी। कि बच्चे रुलन ना। लेकिन बात वही है ना कि जो मीडियोकर है कॉलेज है, हाँ जी, जो कॉलेज है उनके ओनर्स हैं, क्या वो क्वालिफाइड है, क्या उनको रियली इस टाइप का एक्सपीरियंस है। कुछ सिचुएशंस हैं उसमें। ਇਹ ਤਾਂ ਸਥਿਤੀ ਹੋ ਗਈ ਹੈ ਜੀ ਅੱਜ ਦੀ, ਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਬੈਠੇ ਹਾਂ 22 ਜਾਂ 23 ਅਪ੍ਰੈਲ ਹੈਗਾ 2021 ਦਾ। ਹੁਣ ਗੱਲ ਕਰ ਲੈਂਦੇ ਹਾਂ ਕਿ 21 ਦੇ ਵਿੱਚ ਸੁਣਨ ਚ ਆ ਰਿਹਾ ਕਿ ਪੈਂਡੈਮਿਕ ਕੱਢਦੇ ਫਿਰ ਸਤੰਬਰ ਅਕਤੂਬਰ ਤੱਕ ਹੌਲੀ ਹੌਲੀ ਜਾਏਗਾ। ਆ ਜਿਹੜੇ ਵਿੱਚੋਂ ਦੇ 4-5 ਮਹੀਨੇ ਨੇ, ਇਹਦੇ ਵਿੱਚ ਇੱਕ ਤਾਂ ਬੱਚਾ ਪਹਿਲਾਂ ਕਿਸਾਨ ਅੰਦੋਲਨ ਚੱਲ ਰਿਹਾ ਹੈ, ਫਸਲਾਂ ਦੀ ਕਟਾਈ ਹੈਗੀ ਹੈ, ਪੈਸਾ ਪੈਂਡੈਮਿਕ ਕਰਕੇ ਮੁੱਕ ਚੁੱਕਿਆ ਹੈਗਾ, ਫਿਰ ਡਰ ਹੈ ਕਿ ਕੀ ਬਣਨਾ ਹੈ ਕੀ ਨਹੀਂ ਬਣਨਾ ਹੈ, ਮੈਂ ਕਿਸੇ ਕਾਲਜ ਨੂੰ ਪੈਸਾ ਦੇ ਦਈਏ। ਤੁਹਾਡਾ ਬਹੁਤ ਜ਼ਿਆਦਾ ਤਜਰਬਾ ਹੈ, ਤੁਸੀਂ ਆਸਟ੍ਰੇਲੀਆ ਵੀ ਭੇਜਦੇ ਹੋ ਬੱਚੇ, UK ਖਾਸ ਤੌਰ ਜਰਮਨ, US ਵੀ ਭੇਜੇ, ਕੈਨੇਡਾ ਦਾ ਤੁਹਾਡਾ ਹੀ ਸਕੋਪ ਆਪਣਾ ਆਫਿਸ ਨੇ। ਬਤੌਰ ਕੰਸਲਟੈਂਟ ਸਲਾਹ ਨਹੀਂ ਮੈਂ ਚਾਹੁੰਦਾ, ਇੱਕ ਬਤੌਰ ਕਿਸੇ ਦੋਸਤ, ਭੈਣ, ਭਰਾ, ਬੱਚਿਆਂ ਦੇ ਨਾਤੇ फैमिली मेंबर बन के ਕੀ ਕਹਿਣਾ ਚਾਹੁੰਦੇ ਹੋ? देखिए माय डियर, एक चीज समझनी होगी, दिन है तो रात है, रात के बाद फिर दिन है। मैं कंसल्टेंट होके बात नहीं कर रहा। 2020 में सेम सिचुएशन थी कि भाई कुछ नहीं पता था। मार्च में 22 मार्च के आसपास लॉकडाउन लग चुका था, उसके बाद बड़ी टफ सिचुएशन आई। लेकिन आप पास्ट में जाइए, देखिए ऑनलाइन क्लासेस हमने स्टार्ट करी, वर्चुअल फेयर स्टार्ट करे, बच्चों ने टाइम वेस्ट ना करते हुए, जिन बच्चों ने अपनी IELTS या PT कर ली उस टाइम पे, आज वो बच्चे कनाडा, ऑस्ट्रेलिया, तो खैर ऑस्ट्रेलिया तो नहीं हुआ, कनाडा, UK, यूरोप, USA में बैठे हैं। तो मैं बोलना चाहूंगा कि ये सिचुएशन टफ है, दोनों हाथों में लड्डू रखना चाहिए आपने। इफ यू आर जस्ट रिसेंट 12th पास या ग्रेजुएट, अब्रॉड जाना है, IELTS PT की कोचिंग जरूर लीजिए प्लीज, क्योंकि अगर इंडिया में भी रह गए तो खोने के लिए आपके पास कुछ नहीं है। MNCs कंपनी भी आपकी कम्युनिकेशन स्किल्स देखेंगे, अगर आपने जॉब करनी है, बिजनेस करना है तब भी, पहली बात, उससे तो आप कहीं ना कहीं अपने आप को थोड़ा सा साफ करोगे। सेकेंडली, मैं चाहूंगा IELTS PT करने के साथ साथ आप अपना इंडिया में
अपनी बैचलर्स या मास्टर्स भी स्टार्ट कर सकते हैं। और मैं हमेशा से बोलता आया हूं कि दोनों हाथों में लड्डू होंगे। तो कल नया पैंडेमिक बढ़ता गया तो भाई इंडिया में तो आप पढ़ ही रहे हो, आपका गैप नहीं पड़ेगा, उससे आप अपनी कंप्लीट एजुकेशन करके बाद में कर सकते हो, जा सकते हो। प्रदीप जी मैं ਤੁਹਾਨੂੰ ਇੱਥੇ ਰੋਕੂੰਗਾ, ਇਹ ਜਿਹੜਾ ਤੁਸੀਂ ਇੱਕ ਫਾਰਮੂਲਾ ਦੱਸ ਰਹੇ ਹੋ ਨਾ, ਇਹ ਫਾਰਮੂਲਾ ਅੱਜ ਤੋਂ 25 ਸਾਲ ਪਹਿਲਾਂ ਬੜਾ ਸੋਹਣਾ ਅਪਲਾਈ ਹੁੰਦਾ ਸੀ। ਕਾਰਨ ਕੀ ਸੀ? ਦੋਵੇਂ ਲੱਡੂ ਜਿਹੜੇ ਤੁਸੀਂ ਪੜ੍ਹਾਈ ਦੇ ਕਹਿ ਰਹੇ ਹੋ, ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਮੈਂ ਫਿਕਰਾ ਆਪਣੇ ਆਪ ਬਣਾਇਆ ਜ਼ਿੰਦਗੀ ਦੇ ਆਪਣੇ ਨਿੱਜੀ ਤਜਰਬੇ ਦੇ ਵਿੱਚੋਂ ਕਿ ਅੱਜ ਤੋਂ 25 30 ਜਾਂ 40 ਸਾਲ ਪਹਿਲਾਂ ਲੋਕ ਜਾਂ 50 ਸਾਲ ਪਹਿਲਾਂ ਜਦੋਂ ਹੋਰ ਬੜੇ ਨਾਮੀ ਲੋਕ ਵਿਦੇਸ਼ ਪੜ੍ਹ ਕੇ ਆਏ ਤਾਂ ਅਸੀਂ ਉਦੋਂ ਪੜ੍ਹਨ ਲਈ ਵਿਦੇਸ਼ ਜਾਂਦੇ ਸੀ। ਮੈਂ ਦੁਬਾਰਾ ਸਮਝਾਉਣਾ ਚਾਹੁੰਦਾ ਕਿ ਅਸੀਂ ਪੜ੍ਹਨ ਲਈ ਵਿਦੇਸ਼ ਜਾਂਦੇ ਸੀ। ਮੈਂ ਸਮਝ ਗਿਆ ਆਪ ਕੀ ਕਹਿਣਾ। ਅੱਜ ਦੀ ਰੇਟ ਦੇ ਵਿੱਚ ਕੀ ਹੈਗਾ, ਅਸੀਂ ਵਿਦੇਸ਼ ਜਾਣ ਲਈ ਪੜ੍ਹ ਰਹੇ ਹਾਂ। ਜੀ 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 ਸਾਡੀ ਮਜਬੂਰੀ ਇਹ ਹੈ ਕਿ ਅਸੀਂ ਦੋ ਪਾਸੇ ਪੜ੍ਹ ਕੇ ਦੋ ਪਾਸੇ ਫੀਸਾਂ ਦੇ ਕੇ ਸਿਕਿਉਰ ਤਾਂ ਹੋ ਜਾਾਂਗੇ, ਪਰ ਜਿਹੜੀ ਸਾਡੀ ਮਨਸ਼ਾ ਹੈ, ਪੰਜਾਬੀ ਜਾਂ ਹਰਿਆਣਵੀ ਪੰਜਾਬੀ ਇੱਕੋ ਹੋ ਗਏ, ਸਾਡਾ ਹਿਮਾਚਲ, ਸਾਡਾ ਦਿੱਲੀ, ਸਾਡਾ ਖਾਸ ਤੌਰ 'ਤੇ ਉੱਤਰਾਖੰਡ, JNK, ਇਹ ਸਾਰਿਆਂ ਦੀ ਇੱਕ ਮਨੋਦਸ਼ਾ ਇਹ ਬਣ ਗਈ ਕਿ ਅਸੀਂ ਕਿਸੇ ਦੇਸ਼ 'ਚ ਪੈਰ ਲਾਣੇ ਨਹੀਂ, ਜਾ ਕੇ ਸੈਟਲਮੈਂਟ ਕਰਨੀ ਹੈ, ਪਰਿਵਾਰ ਨੂੰ ਗਰੀਬੀ 'ਚੋਂ ਕੱਢਣਾ। ਜਿਹੜੀ ਤੁਸੀਂ ਗੱਲ ਕੀਤੀ ਉਹ ਬ੍ਰਿਜ ਹੈ, ਪੜ੍ਹਾਈ ਬਿਨਾਂ ਤਾਂ ਕੁਛ ਵੀ ਨਹੀਂ ਹੈਗਾ। ਇੱਥੇ ਜਿਹੜਾ ਬੱਚਾ ਪੜ੍ਹਦਾ ਹੈਗਾ ਉੱਥੇ ਤੁਸੀਂ ਕਹਿੰਦੇ ਦਾਖਲੇ ਲੈ ਕੇ ਰੱਖੋ, ਬਹੁਤ ਵਧੀਆ ਤੁਸੀਂ ਫਾਰਮੂਲਾ ਇਸ ਚੀਜ਼ ਨੂੰ ਦੇ ਰਹੇ ਹੋ, ਪਰ ਮੇਰਾ ਜਿਹੜਾ ਇੰਨਾ ਕਿ ਇਸ ਚੀਜ਼ ਨੂੰ ਲੈ ਕੇ ਮੰਨਣਾ ਹੈਗਾ ਕਿ ਇਸ ਵਕਤ ਦੀ ਜਿਹੜੀ ਸਥਿਤੀ ਹੈਗੀ ਹੈ, ਇੱਕ ਦੇਸ਼ ਤਾਂ ਇਹ ਸਥਿਤੀ ਕਲੀਅਰ ਕਰ ਰਿਹਾ ਕੈਨੇਡਾ ਕਿ ਮੇਰੀ ਮਨਸ਼ਾ ਹੈ ਪਰ ਮਜਬੂਰੀ ਹੈ, ਬੱਚੇ ਲੈ ਕੇ ਜਾਊਂਗਾ। बाकी की डायरेक्शन किधर जाएगी आने वाले जो कंट्रीज में, वो की इसी पैटर्न पे तुरंत यूके चल रहा है। आपको पता है 6 जुलाई जब से ब्रेक्जिट हुआ है, ब्रेक्जिट होने के बाद 6 जुलाई को सबसे पहला कंट्री था जिसने VFS ओपन की और एम्बेसी ओपन की। इसके अलावा आप जर्मनी देखिए, जर्मनी में बच्चा कंटिन्यूसली जा रहा है। ऑस्ट्रेलिया बच्चा वीजा दे रहा है, ऑस्ट्रेलिया बच्चे को वीजा मिल रहा है और इसीलिए वीजा मिल रहा है। और वो बोलते हैं जिस बच्चे की मनसा पढ़ने की है, मैं वहां यहाँ पे बोलना चाहूंगा, अगर आप यहाँ पे भी पूरा पढ़ लेते हो तब भी वो पोस्ट स्टडी वर्क वीजा देगा, अप टू 4 ईयर का, डिपेंड करता है कौन सी लोकेशंस में आपका कॉलेज है। इसके अलावा कनाडा में आप देखिए अभी 90,000 मतलब जिसमें 40,000 स्टूडेंट्स और 50,000 अदर कैटेगरी के पर्सन हैं, उन सबको PR के लिए इनवाइट किया है। तो कहीं ना कहीं वो अपनी इकोनॉमी को, क्योंकि इमिग्रेंट कंट्री है, अपनी इकोनॉमी को चलाने के लिए वो सारी चीजें कर रहे हैं। तो मैं कहना चाहूंगा, अगेन बोलना चाहूंगा, एब्रोड जाना आपका सपना है, अगर आपको लगता है सिचुएशन टफेस्ट होती जा रही है तो इंडिया में भी आप एडमिशन रखिए कि ज्यादा खर्चा नहीं है उसमें। जब आप 15 लाख लगाने की कैपेसिटी रखते हो तो यहाँ अगर आपको 50,000 60,000 या लाख रुपया खर्चना पड़ जाए तो कोई बड़ी बात नहीं है। 15 का या मान लेंगे 16 लाख रुपए खर्चा है, क्योंकि कल ने अगर पैंडेमिक सिचुएशन बढ़ती गई, आप जब तक आप हो सकता है, क्योंकि अगला जो सिस्टम आ रहा है, जो सिस्टम पढ़ाई का आ रहा है, सर्टिफिकेट, डिप्लोमा, एडवांस डिप्लोमा, बैचलर्स, एब्रोड पैटर्न पे आ रहा है, तो आप टाइम क्यों खराब कर रहे हैं? आप साथ साथ में अपना यहाँ पे पढ़िए और जब आपका यहाँ से ISPT क्लियर हो जाता है, आप अपना फाइल लगाइए, वीजा लगता है, यू कैन फ्लाई। ਪ੍ਰਦੀਪ ਜੀ 2020 ਨੂੰ ਯਾਦ ਕਰਦੇ ਹਾਂ। 22 ਤਰੀਕ ਨੂੰ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਜੀ ਨੇ ਲਾਕਡਾਊਨ ਲਾਇਆ, ਫਿਰ ਉਹ ਲਗਾਤਾਰ ਚੱਲਿਆ, ਉਸ ਪੈਟਰਨ ਤੇ ਪੂਰੇ ਭਾਰਤ ਦੇ ਵਿੱਚ ਲੱਗਿਆ। ਮੇਰੇ ਉਹ ਦਿਨ ਯਾਦ ਹੈ ਕਿ ਜਦੋਂ ਪੂਰਾ ਜੋਬਨ ਦੇ ਉੱਪਰ, ਜਵਾਨੀ ਦੇ ਉੱਪਰ ਕਰੋਨਾ ਦਾ ਕਹਿਰ ਸੀਗਾ, ਪੂਰੇ ਲੋਕ ਪਰੇਸ਼ਾਨ ਸੀ, ਤੰਗ ਸੀਗੇ। 2 ਮਹੀਨੇ ਬਾਅਦ ਅਸੀਂ ਅਪ੍ਰੈਲ ਮਈ ਦੇ ਵਿੱਚ ਇੱਕ ਸ਼ੋਅ ਸ਼ੁਰੂ ਕੀਤਾ ਘਰੋਂ, ਕਿ ਲੋਕਾਂ ਨੂੰ ਗਾਈਡੈਂਸ ਦੀ। ਤੁਸੀਂ ਮੇਰੇ ਨਾਲ ਸੀਗੇ, 8-10 ਕੰਸਲਟੈਂਟ ਸੀਗੇ ਜਿਹੜੇ, ਉਹਨਾਂ ਦਿਨਾਂ 'ਚ ਇੱਕ ਮੁੱਦਾ ਉੱਠਿਆ ਜੀ, ਲੋਕ ਮਰ ਰਹੇ ਨੇ, ਇਹਨਾਂ ਨੂੰ ਕਾਰੋਬਾਰ ਵਪਾਰ ਦੀ ਪਈ ਹੈ। ਜੀ ਜੀ ਮੈਂ ਅੱਜ ਉਹਨਾਂ ਲੋਕਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਜਿਹੜੇ ਬੱਚੇ ਆਨਲਾਈਨ ਪੜ੍ਹੇ ਸੀ, ਆਨਲਾਈਨ ਪੜ੍ਹ ਕੇ ਕੈਨੇਡਾ ਟਰੈਵਲ ਕਰਕੇ, ਉਹ ਚੰਗੇ ਨੇ ਜਾਂ ਜਿਹੜੇ ਵਿਹਲੇ ਬੈਠੇ ਸੀਗੇ? ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਆਨਲਾਈਨ ਪੜ੍ਹਨਾ ਪਏਗਾ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਕਿ ਪ੍ਰਕੋਪ ਹੈ, ਜਿਹੜਾ ਮਹਾਮਾਰੀ ਹੈ, ਪੈਂਡੇਮਿਕ, ਸਾਡੀ ਜ਼ਿੰਦਗੀ ਦੇ ਨਾਲ ਹਾਲੇ ਹੋ ਸਕਦਾ 2-4 ਸਾਲ ਤੁਰਦੀ ਰਹੇ, ਤਾਂ ਡਰਨ ਦੀ ਕੋਈ ਬਹੁਤ ਜ਼ਿਆਦਾ ਵੱਡੀ ਜ਼ਰੂਰਤ ਨਹੀਂ ਹੈ। ਸੋ ਆਨਲਾਈਨ ਜਿਹੜਾ ਸਿਸਟਮ ਹੈ, ਜਿਹਦੇ ਵਿੱਚ IELTS ਵੀ ਆ ਜਾਂਦੀ ਹੈ, PT ਵੀ ਆ ਜਾਂਦੀ ਹੈਗੀ, ਇਹਦੇ ਵਿੱਚ UK, ਕੈਨੇਡਾ, ਆਸਟ੍ਰੇਲੀਆ, ਜਿੰਨੇ ਵੀ ਦੇਸ਼ ਖੁੱਲ੍ਹੇ ਨੇ, ਆਸਟ੍ਰੇਲੀਆ ਮੈਂ ਗਲਤ ਕਹਿਤਾ, ਉਹਨਾਂ ਦੀ ਆਨਲਾਈਨ ਪੜ੍ਹਾਈ, ਆਨਲਾइन दाखिले, आनलाइन IELTS ਨੂੰ ਲੈ ਕੇ ਤੁਹਾਡੀ पूरी टिप्पणी की हैगी है कि किस तरह सिस्टम होना चाहिए? देखिए, अगर आपने अब्रॉड जाना है, नेचुरल सी बात है, मॉडर्न टेक्नोलॉजी उसको तो ऑप्ट करना ही करना पड़ेगा। मॉडर्न टेक्नोलॉजी में क्या है कि भी आपको ऑनलाइन क्लासेस वहां भी लेनी पड़ सकती है, ठीक है। आपको असाइनमेंट बनाने लैपटॉप पे, आपको लैपटॉप चलाना नहीं आता, आप ऑनलाइन ऑलरेडी पढ़ नहीं रहे हैं, तो आगे जाके कैसे कोप अप करोगे? तो ये स्टार्ट होता है ISPT से। तो वेस्टर्न ओवरसीज पिछले साल से ISPT करा रहा है जी, ऑनलाइन करा रहा है। अभी लॉकडाउन जैसे लगा है, कोचिंग सेंटर्स नहीं खोल सकते, तो हम ऑनलाइन पढ़ा रहे हैं। मेरे पोर्टल पे जाओगे, आप मल्टी कल्चरल स्टूडेंट्स मिलेंगे, आपको डाइवर्सिटी है, आपको कनाडा से बच्चा मिलेगा, ऑस्ट्रेलिया से बच्चा मिलेगा, USA से बच्चा मिलेगा, आपको गोवा से मिलेगा, आपका रुद्रपुर से मिलेगा, आपको डिफरेंट पार्ट से बच्चा मिलेगा, बॉम्बे से बच्चा मिलेगा। तो भाई ऑनलाइन ISPT की कोचिंग लीजिए, डोंट वेस्ट इवन ए सिंगल मिनट, और उसके बाद आप अपना क्या नाम है, अपना प्रोसेस शुरू करिए। कनाडा, ऑस्ट्रेलिया, जहां भी आपने जाना है, UK, USA, मैं कुछ स्टूडेंट्स हैं, उनका फीडबैक है, आपसे रिक्वेस्ट करूंगा जरूर दिखाइए प्लीज। नहीं बिल्कुल, साढ़े को आज समा है क्योंकि शो आज साडा 25 मिनट का है
ਔਰ 25 ਮਿੰਟ ਦੇ ਵਿੱਚ ਅਸੀਂ ਬਹੁਤ ਕੁਝ ਗੱਲਾਂ ਕਰ ਵੀ ਲਈਆਂ, ਬੱਚੇ ਵੀ ਦਿਖਾਵਾਂਗੇ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ, ਦੇਖੋ ਜਦੋਂ ਵੀ ਕੋਈ ਜੰਗ, ਤੇ ਸਾਡੇ ਲਈ ਇੱਕ ਜੰਗ ਦੇ ਬਰਾਬਰ ਇਹ ਮਹਾਮਾਰੀ ਹੈਗੀ ਹੈ, ਪੈਂਡੈਮਿਕ ਹੈ। ਹਰ ਪਰਿਵਾਰ ਆਪਣੇ ਆਪ ਨੂੰ ਸੁਰੱਖਿਅਤ ਕਰਨ ਵਾਸਤੇ, ਹਰ ਸਮਾਜ, ਹਰ ਸਟੇਟ, ਹਰ ਦੇਸ਼ ਔਰ ਪੂਰਾ ਵਿਸ਼ਵ ਲੱਗਿਆ ਹੋਇਆ। ਸਾਡੀ ਇੰਡਸਟਰੀ ਜਿਹੜੀ ਹੈਗੀ, ਮੈਂ ਸਾਡਾ ਵਰਡ ਇਸ ਕਰਕੇ ਯੂਜ਼ ਕੀਤਾ, ਜਿਹਦੇ ਵਿੱਚ ਮਾਂ ਪਿਓ ਵੀ ਆ ਜਾਂਦੇ ਨੇ, ਬੱਚੇ ਵੀ ਆ ਜਾਂਦੇ ਨੇ, ਅਸੀਂ ਵੀ ਆਉਂਦੇ ਹਾਂ, ਸਰਕਾਰਾਂ ਵੀ, ਮੀਡੀਆ ਵੀ ਆਉਂਦਾ। ਉਹ ਆਪਣੇ ਆਪ ਨੂੰ ਸਰਵਾਈਵ ਕਰਨ ਦੇ ਵਿੱਚ ਨਵੇਂ-ਨਵੇਂ ਤਰੀਕੇ ਲੱਭ ਰਹੇ ਨੇ। ਹਰ ਕੰਪਨੀ ਦੀ ਆਪਣੀ ਇੱਕ ਵੱਖਰੀ ਪਾਲਿਸੀ ਹੈ ਕਿ ਮੈਂ ਆਪਣੇ ਬੱਚੇ ਜਿਨ੍ਹਾਂ ਦੀਆਂ ਮੇਰੇ ਕੋਲ ਫਾਈਲਾਂ ਨੇ, ਜਾਂ ਮੈਂ ਲੈਣੀਆਂ ਜਾਂ ਐਮਬੈਸੀ 'ਚ ਪਈਆਂ, ਉਹਨਾਂ ਨੂੰ ਸੁਰੱਖਿਅਤ ਤੌਰ 'ਤੇ ਵਿਦੇਸ਼ ਕਿਵੇਂ ਪਹੁੰਚਾਉਣਾ ਹੈ। ਹਰ ਕੰਪਨੀ ਦੀ ਇੱਕ ਵੱਖਰੀ ਪਾਲਿਸੀ ਹੈ। ਸੋ ਜਿਹੜੀ ਵੈਸਟਰਨ ਓਵਰਸੀਜ਼ ਦੀ ਪਾਲਿਸੀ ਦੇ ਬਾਰੇ ਆਪਾਂ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਔਨਲਾਈਨ ਦਾ ਐਕਚੁਅਲ ਇਫੈਕਟ ਕੀ ਹੋਇਆ, ਕੀ ਫਾਇਦਾ ਹੋਇਆ, ਕਿ ਨੁਕਸਾਨ ਹੋਇਆ, ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀਗੀਆਂ। ਪਰ ਜਦੋਂ ਤੱਕ ਇੱਕ ਪ੍ਰੈਕਟੀਕਲੀ ਜਿਹੜੇ ਵਿਦਿਆਰਥੀ ਨੇ ਇਸ ਚੀਜ਼ ਨੂੰ ਹੰਢਾਇਆ, ਉਹ ਆਪਣੀ ਜ਼ੁਬਾਨ ਤੋਂ ਨਾ ਦੱਸਣ, ਮੇਰੇ ਖਿਆਲ ਸਾਡੇ ਲਈ ਵੀ ਯਕੀਨ ਕਰਨਾ ਥੋੜਾ ਮੁਸ਼ਕਲ ਹੋਊਗਾ। ਬੱਚੇ ਕੁਝ ਗੱਲਾਂ ਕਰਨਗੇ, ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਵੈਸਟਰਨ ਓਵਰਸੀਜ਼ ਜਿਹੜੀਆਂ ਫਾਈਲਾਂ ਲਈ ਬੈਠਿਆ, ਫਾਈਲਾਂ ਐਮਬੈਸੀ ਦੇ ਵਿੱਚ ਨੇ ਜਾਂ ਫੜਨ ਦੀ ਤਿਆਰੀ ਦੇ ਵਿੱਚ ਹੈ, ਉਹਨਾਂ ਪ੍ਰਤੀ ਇਹਨਾਂ ਦੀ ਰਣਨੀਤੀ ਕੀ ਹੋਊਗੀ, ਉਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। Hello, myself Rup Kaur and I am from Shri Ganganagar, district of Rajasthan state, and ਮੇਰਾ ਵੈਸਟਰਨ ਓਵਰਸੀਜ਼ ਨਾਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ, ਜਿਨ੍ਹਾਂ ਕਰਕੇ ਮੈਂ 6.5 ਓਵਰਆਲ ਬੈਂਡ ਸਕੋਰ ਗੈਟ ਕੀਤਾ, ਐਂਡ ਮੈਂ 6.5 both listening and speaking ਵਿੱਚ ਲਿੱਤਾ, and I got 6 in reading and writing, so I am very happy today, and I thank you to all western overseas staff ਜਿਨ੍ਹਾਂ ਨੇ ਮੇਰੀ enabling skill classes ਵਿੱਚ ਵੀ ਬਹੁਤ ਹੈਲਪ ਕੀਤੀ। ਈਚ ਮੋਡਿਊਲ 'ਚ ਮੇਰੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਹੈਲਪ ਕੀਤੀ, ਔਰ ਮੇਰੇ ਵਿੱਚ ਇੰਨੀ ਇੰਪਰੂਵਮੈਂਟਸ ਆਈ। ਜੋ ਕਿ ਮੌਕ ਟੈਸਟ ਹੁੰਦੇ ਸੀ ਵੀਕਐਂਡਸ 'ਤੇ, ਉਹਨਾਂ ਨੇ ਮੇਰੀ ਬਹੁਤ ਵਧੀਆ ਹੈਲਪ ਕੀਤੀ। ਉਹਨਾਂ ਕਰਕੇ ਹੀ ਅੱਜ ਮੇਰੇ 6.5 ਬੈਂਡ ਸਕੋਰ ਆਇਆ। ਸੋ ਮੈਂ ਵੈਸਟਰਨ ਓਵਰਸੀਜ਼ ਦਾ ਥੈਂਕ ਯੂ ਕਰਨਾ ਚਾਹਾਂਗੀ। माय नेम इज़ जैस्मिन, आई एम फ्रॉम फ़तेहाबाद। मैंने अपना IELTS ऑनलाइन ही प्रिपेयर किया था फ्रॉम वेस्टर्न ओवरसीज़। विद इन 1.5 month I have scored 7 bands with no less than 6.5. Hello everyone, this is Hunar here, and I'm here to tell you about the online classes of Western Overseas, as I'm also the part of these classes. I must tell to everyone that these classes are so much beneficial for the students, as the teachers are doing great hard work to make their students perfect in the English. The classes starts in the morning 10 a.m. and ends in the evening 5:30 p.m. It includes speaking, listening, writing, reading, all the tasks. There are 2 slots of speaking, one in the morning and second one in the evening. A speaking slot is a great opportunity for the students to attend the breakout session and do one-to-one speaking with the teachers, which build the confidence in the students and also improve their speaking. I'm Sumit from Amritsar. I'm taking coaching for PTE from Western Overseas, and I find they are the best coaching institute, as they have very professional and highly qualified staff, along with their online practice portal with easy interface and with lots of practice material on it. So friends, go for it. They will surely lead us to success. I am taking the Western Overseas online classes from the 18th of this month, and from that day I have improved a lot. The best thing about this online classes is the one-on-one speaking session. Every day we have one-on-one speaking session with the teachers who can correct us for the speaking session. The one-on-one speaking is the best part because it boosts up the confidence to speak in the whole class. And one more thing I would like to add, on Monday alternates I have one more classes going simultaneously with the online classes, so I have to go there because they don't provide the recorded session, as Western Overseas provide the recorded session to view it again and again to improve much more better. I was good at English, but I lacked confidence, and I was not a public speaker. But as I took admission in Western Overseas, my confidence level boosted up. I have plethora of confidence now. If I talk about the IELTS classes, then each and every question is discussed in detail. Every student is taken under consideration, no partiality at all. And teachers emphasize on every little things and brings out the best in every student. It never feels like I'm attending an online session. It always feels like I'm in a classroom, sitting in a classroom. Decorum is maintained while the teacher is teaching. Along with the classes of main modules, this institution provides
the sessions of enabling skills as well. This helps the students to upgrade their vocabulary, grammatical skills, and word stress, and much more. This is the best part of these classes, that there is a time foundation to do a task. Also, moreover, the timetable of the classes are so much flexible that it makes it easier to for the students to attend the class. And after attending these classes, I am seeing very much improvement in my English. Thank you. So overall, if I conclude, then I would say this institute has the best faculty, and they're really hardworking, soft-spoken, and diligent. It is very beneficial for me, as I can gain my experience also in language. I can improve my vocabulary, and the most important is I can get good education. And you can also suggest me with my problems. Okay. The classes is very well. There's no difference between the face-to-face classes or online classes, and we are getting all kind of material as we got in our institute. ਸੋ ਬਹੁਤ ਸਾਰੇ ਬੱਚੇ ਸੀਗੇ ਪ੍ਰਦੀਪ ਜੀ, ਉਹ ਬੱਚੇ ਸੀ ਜਿਹੜੇ ਮੇਰੇ ਖਿਆਲ ਕੌਨਫੀਡੈਂਸ਼ਲੀ ਪੜ੍ਹੇ, ਉਮੀਦ ਸੀ ਜਾਂ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਇਸ ਤੋਂ ਇਲਾਵਾ ਚਾਰਾ ਕੋਈ ਨਹੀਂ, ਮਜਬੂਰੀ ਨਹੀਂ ਮੈਂ ਕਹੂੰਗਾ ਵਰਡ, ਚਾਰਾ ਨਹੀਂ ਸੀ ਉਹਨਾਂ ਦੇ ਕੋਈ ਸਾਹਮਣੇ, ਸਕਸੈਸ ਹੋਏ। ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਹੁਣ ਗੱਲ ਕਰਦੇ ਹਾਂ ਕਿ ਜਿਹੜੇ ਮੈਂ ਗੱਲ ਕੀਤੀ ਕਿ ਹਰ ਦੇਸ਼, ਹਰ ਸਟੇਟ, ਹਰ ਬੰਦਾ ਆਪਣੀ ਪਾਲਿਸੀਆਂ ਬਣਾਈ ਬੈਠਿਆ। ਵੈਸਟਰਨ ਓਵਰਸੀਜ਼ ਜੋ ਫਾਈਲਾਂ ਦਫ਼ਤਰਾਂ 'ਚ ਪਈਆਂ ਤਿਆਰ ਕਰਨੀਆਂ, ਜੋ ਫਾਈਲਾਂ ਐਮਬੈਸੀ 'ਚ ਪਈਆਂ, ਜੋ ਫਾਈਲਾਂ ਹੁਣ ਤੁਸੀਂ ਮਈ, ਜੂਨ, ਜੁਲਾਈ 'ਚ ਇਕੱਠੀਆਂ ਕਰਕੇ ਫਿਰ ਉਹਨਾਂ ਨੂੰ ਅੱਗੇ ਭੇਜਣਾ ਹੈ, ਇਹਦੇ ਵਾਸਤੇ ਕੀ ਪਾਲਿਸੀ ਲੈ ਕੇ ਆਉਂਗੇ? देखिए रणबीर सर, ये तो आपको समझना होगा, समय किसी का वेट नहीं करता, ठीक है। ये सारे इमिग्रेंट कंट्री है, इनको स्टूडेंट चाहिए, फर्स्ट थिंग। सेकेंडली, एम्बेसी ने तो वीजा नहीं रोके, आपका ऑस्ट्रेलिया भी वीजा दे रहा है, आपका कनाडा भी वीजा दे रहा है, आपका जर्मनी भी वीजा दे रहा है, यूएस भी वीजा दे रहा है, यूके भी वीजा दे रहा है। तो हमारी पॉलिसी यही है, जो डिजायर्ड स्टूडेंट्स है, जो रियली पढ़ना चाहते हैं, अब्रोड जाना चाहते हैं, तो उनके लिए ऑनलाइन क्लासेज हमने IELTS की स्टार्ट कर दी है। साथ साथ में जिन बच्चों के स्कोर आ रहे हैं उनको हम काउंसलिंग दे रहे हैं, टाइम टू टाइम हम वर्चुअल फेयर करते हैं, वो कनाडा का, ऑस्ट्रेलिया का, न्यूजीलैंड का, यूके का, यूरोप का, यूएस का। तो हम तो हमेशा ऐसे ही स्टूडेंट्स की प्रिपरेशन करवाते रहेंगे। और आज की डेट में हमारा यही है कि इस टाइम पे हमारी ज़्यादा जिम्मेदारी बनती है, क्योंकि स्टूडेंट्स का जो पैसा है वो बहुत मायने रखता है, बड़ी गाड़ी कमाई उनके पेरेंट्स की। तो वी विल ट्राई कि अच्छे कॉलेज में, चंगे कॉलेज में, बढ़िया यूनिवर्सिटी में, बढ़िया कोर्स में, बढ़िया कंट्री में उसकी फाइल लगा के उसका वीज़ा लेके रखें। और जैसे ही सिचुएशन फेवरेबल है, जहाँ जिस कंट्री की, उस कंट्री में बच्चा फ्लाई करे। ऑनलाइन के लिए अगर यूनिवर्सिटी या कंट्री इन्वाइट कर रहा है तो ऑनलाइन भी बच्चा पढ़ सकता है। जी प्रदीप जी, ਗੱਲ ਸਟੱਡੀ ਦੀ ਚੱਲ ਰਹੀ ਹੈ, ਇਸ ਕਰਕੇ ਥੋੜਾ ਜਿਹਾ ਸੰਦਰਭ ਜਿਹੜਾ ਮੈਂ ਸਟੱਡੀ ਦੇ ਵਿੱਚ ਹੀ ਰੱਖੂੰਗਾ। ਮੈਂ ਸਟਾਰਟਿੰਗ 'ਚ ਇੱਕ ਸਵਾਲ ਉਠਾਇਆ ਸੀ, ਆਪਣੀਆਂ ਦੁਕਾਨਦਾਰੀਆਂ ਚਲਾਉਣ ਵਾਸਤੇ, ਆਪਣੀਆਂ ਤਨਖਾਹਾਂ ਕੱਢਣ ਵਾਸਤੇ ਕਈ ਵਾਰ ਕੰਸਲਟੈਂਟਸ, ਚਾਹੇ ਉਹਦੀ ਮਜਬੂਰੀ ਹੈ, ਉਹਦਾ ਲਾਲਚ ਹੈ, ਲਾਲਚ ਮੈਂ ਇਸ ਕਰਕੇ ਵਰਡ ਅੱਜ ਯੂਜ਼ ਨਹੀਂ ਕਰੂੰਗਾ ਕਿਉਂਕਿ ਕੋਈ ਬਹੁਤ ਜ਼ਿਆਦਾ ਪੈਸਾ ਇਕੱਠਾ ਨਹੀਂ ਹੋ ਰਿਹਾ, ਮਜਬੂਰੀ ਜ਼ਰੂਰ ਹੈ। ਐਸੀਆਂ ਐਡ ਸਾਹਮਣੇ ਲੈ ਕੇ ਆਉਂਦੇ ਨੇ ਜਿਨ੍ਹਾਂ ਦਾ ਕੋਈ ਤੁੱਕ ਨਹੀਂ ਬਣਦਾ, ਜਾਂ ਜਿਨ੍ਹਾਂ ਨੂੰ ਦਿਖਾ ਕੇ ਬੱਚਿਆਂ ਦੀਆਂ ਫਾਈਲਾਂ ਫੜ ਕੇ ਉਹਨਾਂ ਨੂੰ ਵਿਦੇਸ਼ ਭੇਜਣਾ ਵੀ ਚੰਗਾ ਨਹੀਂ ਹੈ। ਮੈਂ ਤੁਹਾਡੇ ਤੇ ਕੋਈ ਬਲੇਮ ਨਹੀਂ ਲਾ ਰਿਹਾ, ਪਰ ਇੰਡਸਟਰੀ ਬਹੁਤ ਕੁਛ ਕਰ ਰਹੀ ਹੈ, ਤੁਸੀਂ ਵਿਚਰਦੇ ਰਹਿੰਦੇ ਹੋ ਇਸ ਚੀਜ਼ ਦੇ ਵਿੱਚ। ਕੀ ਇਹ ਸਹੀ ਹੋ ਰਿਹਾ ਸਾਡੀ ਇੰਡਸट्री ਦੇ ਵਿੱਚ? देखिए, अगर कोई बगैर फैक्ट्स की बात हो रही है, अगर कोई जेन्युइन चीज़ नहीं है, तो वेस्टर्न ओवरसीज तो कभी भी ऐसी चीज़ों को प्रमोट नहीं करता। बताइए, ਤੁਹਾਨੂੰ ਪੁੱਛਿਆ ਜੇ ਤੁਸੀਂ ਪ੍ਰਮੋਟ ਕਰਦੇ ਹੋ ਤਾਂ ਮੈਂ ਪੁੱਛਣਾ ਨਹੀਂ ਸੀ। जी, मैं तो स्टूडेंट को सलाह दूंगा कि भाई देखिए, कोई भी चीज़ एकदम में नहीं हो सकती। आप चाहो कि मैं यहीं आपके चैनल से ही फ्लाई करा दूँ, मतलब घर बैठे आप सपने ले लें, वो ऐसे पॉसिबल नहीं है। रियलिस्टिक बातों में रहिए, जेन्युइन तरीके से चलिए, और आपका दिल भी मानता है तो ये कंसल्टेंट चूज़ करना बहुत बड़ी बात है। ऐसे हमारे पास भी बहुत सारे स्टूडेंट्स आते हैं फेक डॉक्यूमेंट पे रिफ्यूज़ल लेके, बैन होके, या डिफरेंट तरीके के उनको लालच देके उनके मतलब तकरीबन रिफ्यूज़ भी करा देते हैं, प्लस में रिफ्यूज़ करके पैसे कमाते हैं, 2-4-5 लाख रुपए कमा लेते हैं। ये वेस्टर्न ओवरसीज़ का कल्चर नहीं है, ना हमने कभी करना है। इट्स माई फैमिली बिजनेस। तो मैं यही कहना चाहूँगा कि रियलिस्टिक डॉक्यूमेंट के बिहाफ पे वेस्टर्न ओवरसीज़ वर्क करता है, और हम एम्बेसी की नज़रों में पहले परफेक्ट होना चाहते हैं, क्योंकि एम्बेसी जो बोलती है, एम्बेसी का जो पैटर्न है, हम उस पर वर्क करके स्टूडेंट्स का भविष्य बनाते हैं। प्रदीप जी शुक्रिया जी। ਤਾਂ ਕਰਦਾ ਸੀ ਕਿ ਗੱਲਾਂ ਹੋਰ ਕਰੀਏ, ਪਰ ਸਾਡੇ ਕੋਲ ਸਮਾਂ, ਇੱਕ ਸਲੋਟ ਜਿਹੜਾ ਹੈਗਾ ਸਟੂਡੀਓ ਦੀ ਘੜੀ ਇਸ਼ਾਰਾ ਕਰ ਦਿੰਦੀ ਹੈ ਕਿ ਪ੍ਰੋਗਰਾਮ ਅਗਲਾ ਬਰੂਹਾਂ ਤੇ ਦਸਤਕ ਦੇ ਰਿਹਾ, ਪਰ ਇਹ ਵਾਅਦਾ ਹੈ ਕਿ ਅਸੀਂ ਵੱਖ-ਵੱਖ ਐਕਸਪਰਟਸ ਨੂੰ ਇਸ ਮੰਚ ਤੇ ਲੈ ਕੇ ਆਉਂਦੇ ਹਾਂ। ਉਹ ਐਕਸਪਰਟ US ਤੋਂ ਵੀ ਹੋ ਸਕਦੇ ਨੇ, ਆਸਟ੍ਰੇਲੀਆ ਦੇ ਵੀ ਹੋ ਸਕਦੇ ਨੇ, UK ਦੇ ਵੀ ਹੋ ਸਕਦੇ ਨੇ, ਔਰ ਇਸ ਵਾਅਦੇ ਦੇ ਨਾਲ ਤੁਹਾਡੇ ਤੋਂ ਅਲਵਿਦਾ ਲੈ ਰਹੇ ਹਾਂ ਕਿ ਅਗਲੇ ਹਫਤੇ ਇਹਨਾਂ ਤੋਂ ਵੀ ਕੌੜੀਆਂ ਗੱਲਾਂ, ਇਹਨਾਂ ਤੋਂ ਵੀ ਜ਼ਿਆਦਾ ਵਧੀਆ, ਇਹਨਾਂ ਤੋਂ ਵੀ ਜ਼ਿਆਦਾ ਤਜਰਬੇਕਾਰ ਐਕਸਪਰਟਸ, ਔਰ ਬਹੁਤ ਸਾਰੇ ਐਸੇ ਤਜਰਬੇ ਜਿਹੜੇ ਕਿ ਪੈਂਡੈਮਿਕ ਦੇ ਦੌਰਾਨ ਹੋਏ, ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਤੋਂ ਧੰਨਵਾਦ। ਸਤਿ ਸ਼੍ਰੀ ਅਕਾਲ।